परम सन्मान जो चबर छतर तख दे मालक जुग हो जुग अटल सतगुरु श्री गुरु ग्रंथ साहिब महाराज जियां दी पावन पवित्र हजूरी अंदर सुभाईमान होए बैठे गुरमुख प्यारे सत संगी जनों। सतगुरु धन श्री गुरु ग्रंथ साहिब सच्चे पिता जी ने अज जो मुख वाक बख्शिश कीते ने राग सुही अंदर आप जियां ने पंचम पिता श्री गुरु अर्जुन देव महाराज जियां दे मुखार बिन तो चाल कीती बाणी तो मुख वाक श्रवण कीते ने। गुरु ग्रंथ साहिब सच्चे पिता जियां दे पावन अंग 745 ਅਤੇ 46 ਉੱਪਰ ਅੱਜ ਦਾ ਮੁੱਖ ਵਾਕ ਸੁਭਾਈਮਾਨ ਹੈ। ਆਓ ਅੱਜ ਦੇ ਮੁੱਖ ਵਾਕ ਦੇ ਅੰਦਰ ਸਤਿਗੁਰੂ ਜੀ ਨੇ ਜਿਸ ਪ੍ਰਮਾਤਮਾ ਨੇ ਇਸ ਕੁਦਰਤ ਨੂੰ ਮਾਇਆ ਤੋਂ ਸਾਜਿਆ ਉਸ ਮਾਇਆ ਦੇ ਪ੍ਰਭਾਵ ਹੇਠ ਜਦੋਂ ਮਨੁੱਖ ਆਪਣੀ ਆਰਬਲਾ ਬਤੀਤ ਕਰਦਾ ਜਾਂ ਸਤਿਗੁਰੂ ਜੀ ਇਹ ਦੱਸਦੇ ਨੇ ਕਿ ਇਸ ਦੁਨੀਆ ਦੇ ਅੰਦਰ ਭਾਵੇਂ ਖੰਡ ਬ੍ਰਹਿਮੰਡ ਨੇ ਜਿੱਥੋਂ ਤੱਕ ਨਿਗਾਹ ਪੈਂਦੀ ਹੈ ਹਰ ਸ਼ੈ ਦੇ ਉੱਤੇ ਮਾਇਆ ਨੇ ਆਪਣਾ ਪ੍ਰਭਾਵ ਪਾਇਆ। ਉਹੀ ਪ੍ਰਭਾਵ ਜਦੋਂ ਮਨੁੱਖ ਤੇ ਪੈਂਦਾ ਤੇ ਫਿਰ ਮਨੁੱਖ ਨੂੰ ਵਾਹਿਗੁਰੂ ਜੀ ਦੇ ਚਰਨ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਂਦਾ। ਸਤਿਗੁਰੂ ਕਹਿੰਦੇ ਅੱਜ ਤੱਕ ਕਿਸੇ ਨੇ ਵੀ ਕੱਲਾ ਇਹ ਦੁਨੀਆ ਦਾ ਧਨ ਕਮਾ ਕੇ ਸੁੱਖ ਦੀ ਜ਼ਿੰਦਗੀ ਨਹੀਂ ਭੋਗੀ, ਕਿਉਂਕਿ ਜਦੋਂ ਵਾਹਿਗੁਰੂ ਜੀ ਨੂੰ ਮਨੁੱਖ ਭੁੱਲ ਕੇ ਕੇਵਲ ਦੁਨੀਆ ਦੇ ਧਨ ਨੂੰ ਕਮਾਉਣ ਜੋਗਾ ਰਹਿ ਜਾਂਦਾ ਫਿਰ ਸਤਿਗੁਰੂ ਜੀ ਨੇ ਸਿੱਧਮ ਸਿੱਧੀ ਇਹ ਗੱਲ ਕਹੀ ਹੈ ਜਾਤੇ ਨਾਹੀ ਕੋ ਸੁਖੀ ਤਾਕੈ ਪਾਛੈ ਜਾਓ। ਫਿਰ ਵੀ ਮਨੁੱਖ ਦੀਆਂ ਸਾਰੀ ਉਮਰ ਦੌੜਾਂ ਉਸੇ ਪੈਸੇ ਧਨ ਪਿੱਛੇ ਲੱਗੀਆਂ ਰਹਿੰਦੀਆਂ ਨੇ। ਸੋ ਪਿਆਰ ਨਾਲ ਅਰਥ ਸਰਵਣ ਕਰੀਏ। ਸਤਿਗੁਰੂ ਗੁਰੂ ਅਰਜੁਨ ਦੇਵ ਪਿਤਾ ਮਹਾਰਾਜ ਜੀ ਜਦੋਂ ਅਸੀਂ ਇਹਨਾਂ ਦਾ ਨਿੱਜੀ ਜੀਵਨ ਵੇਖਦੇ ਹਾਂ ਸੰਗਤ ਜੀ ਤੇ ਗੁਰੂ ਰਾਮਦਾਸ ਜੀਆਂ ਦੇ ਘਰ 3 ਪੁੱਤਰ ਪੈਦਾ ਹੁੰਦੇ ਨੇ। ਸਭ ਤੋਂ ਵੱਡੇ ਨੇ ਬਾਬਾ ਪ੍ਰੀਤੀ ਚੰਦ ਜੀ, ਉਸ ਤੋਂ ਛੋਟੇ ਨੇ ਬਾਬਾ ਮਹਾਦੇਵ ਜੀ, ਫਿਰ ਸਰੀਰ ਕਰਕੇ ਸਭ ਤੋਂ ਛੋਟੇ ਨੇ ਸ੍ਰੀ ਗੁਰੂ ਅਰਜੁਨ ਦੇਵ ਜੀ। ਅਸਲ 'ਚ ਜਦੋਂ ਅਸੀਂ ਸਤਿਗੁਰਾਂ ਦੇ ਕਾਰਜਕਾਰੀ ਨੂੰ ਵੇਖਦੇ ਹਾਂ ਤੇ ਸਾਡੇ ਸਿੱਖ ਵਿਦਵਾਨਾਂ ਨੇ ਇਹ 3 ਬਿਰਤੀਆਂ ਦੀ ਗੱਲ ਕੀਤੀ ਹੈ ਕਿ ਜਦੋਂ ਵੀ ਸਿੱਖ ਇਤਿਹਾਸ ਨੂੰ ਸੁਣੇ ਜਾਂ ਪੜ੍ਹੇ ਤੇ ਉਹਦੇ ਸਾਹਮਣੇ ਗੁਰੂ ਸਾਹਿਬ ਨੇ ਇੱਕ ਬਹੁਤ ਸੋਹਣਾ ਤੇ ਬੜਾ ਸੌਖਾ ਜਿਹੜਾ ਹੈ ਉਹ ਆਪਣਾ ਮੰਤਵ ਰੱਖਿਆ, ਸਿਧਾਂਤ ਰੱਖਿਆ। ਉਹ ਕੀ ਹੈ? ਜਿਸ ਘਟਨਾ ਦਾ ਅਸੀਂ ਬਹੁਤ ਵਾਰ ਇੱਥੇ ਜ਼ਿਕਰ ਕੀਤਾ ਹੈ। ਅਕਸਰ ਜਦੋਂ ਸਤਿਗੁਰਾਂ ਦੇ ਜੀਵਨ ਸੁਣਾਏ ਜਾਂਦੇ ਆ ਤੇ ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਸੁਣਾਉਣ ਤੋਂ ਬਿਨਾਂ ਅਧੂਰਾ ਜੀਵਨ ਰਹਿ ਜਾਂਦਾ। ਜਿਵੇਂ ਗੁਰੂ ਸਾਹਿਬ ਗੁਰੂ ਨਾਨਕ ਜੀ ਬਾਬਾ ਲਹਿਣਾ ਜੀ ਨੂੰ 7 ਸਾਲ ਆਪਣੀ ਸ਼ਰਨ ਰੱਖ ਕੇ ਤਕਰੀਬਨ ਜਿਹੜੀਆਂ ਮੇਨ ਨੇ ਉਹ 22 ਪ੍ਰੀਖਿਆਵਾਂ ਮੰਨੀਆਂ, ਬਾਕੀਆਂ ਲਿਖਣ 'ਚ ਨਹੀਂ ਆਉਂਦੀਆਂ। ਕਈ ਵਾਰੀ ਨਾ ਮੈਂ ਖੁਦ ਸੋਚਦਾ ਹੁੰਨਾ, ਵੇਖੋ ਗੁਰੂ ਸਾਹਿਬ ਦਾ ਜੀਵਨ ਤੁਸੀਂ ਪੜ੍ਹਨ ਬੈਠੋ ਤੇ ਮੈਨੂੰ ਲੱਗਦਾ ਅੱਧੇ ਘੰਟੇ 'ਚ ਪੜ੍ਹ ਦੋਗੇ ਇੱਕ ਵਿਦਵਾਨ ਦਾ, ਗੁਰੂ ਨਾਨਕ ਜੀ ਦਾ। ਤੇ ਖੁਦ ਸੋਚ ਕੇ ਵੇਖੋ ਕਿ ਆਪਾਂ ਜੇ ਗੁਰੂ ਰਾਮਦਾਸ ਜੀ ਦੇ ਜ਼ਿਕਰ ਦੀ ਗੱਲ ਕਰੀਏ ਤੇ 4 ਸਾਖੀਆਂ ਮਸਾਂ ਹੀ ਮਿਲਦੀਆਂ, ਭਾਵੇਂ 100 ਵਿਦਵਾਨ ਪੜ੍ਹ ਲਓ। ਗਿਆਨੀ ਜੀ ਵੀ ਇਹ ਗੱਲ ਕਹਿੰਦੇ ਹੁੰਦੇ ਦਰਬਾਰ ਸਾਹਿਬ ਤੋਂ ਕਿ ਗੁਰੂ ਰਾਮਦਾਸ ਜੀ ਦੀਆਂ ਕੇਵਲ 4 ਹੀ ਸਾਖੀਆਂ ਰਹਿ ਗਈਆਂ। ਭਾਵ ਕਿ ਸਾਡੀ ਇਹ ਬੜੀ ਤਰਾਸਦੀ ਰਹੀ ਹੈ, ਸਾਰੀ ਉਮਰ ਤੇ ਸਿੱਖਾਂ ਤੇ ਹੱਲੇ ਹੁੰਦੇ ਰਹੇ, ਸਿੱਖਾਂ ਦਾ ਵਾਸਾ ਜੰਗਲਾਂ 'ਚ ਰਿਹਾ। ਹੁਣ ਆ ਕੇ ਥੋੜਾ ਸਮਾਂ ਪੈਰ ਲੱਗੇ ਤੇ ਹੁਣ ਵੈਸੇ ਅਸੀਂ ਹਕੂਮਤਾਂ ਦੇ ਗੁਲਾਮ ਹੋ ਕੇ ਰਹਿ ਗਏ ਹਾਂ। ਸੋ ਸਤਿਗੁਰੂ ਸੱਚੇ ਪਿਤਾ ਮਹਾਰਾਜ ਜੀ ਗੁਰੂ ਰਾਮਦਾਸ ਜੀ ਜਦੋਂ ਅਸੀਂ ਵੇਖਦੇ ਹਾਂ ਸ਼ਰੀਕੇ ਵਿੱਚੋਂ ਸਹਾਰੀ ਮੱਲ ਜੀ ਆਉਂਦੇ ਆ, ਗੁਰੂ ਅਰਜੁਨ ਦੇ ਪਿਤਾ ਜੀਆਂ ਦੇ ਤਾਏ ਦੇ ਪੁੱਤਰ ਦਾ ਵਿਆਹ ਹੈ ਤੇ ਆ ਕੇ ਸਤਿਗੁਰੂ ਨੂੰ ਸੰਬੋਧਨ ਕਰਦੇ, ਪਾਤਸ਼ਾਹ ਅਸੀਂ ਤੁਹਾਡੇ ਨਾਲ ਬੇਸ਼ੱਕ ਚੰਗੀ ਨਹੀਂ ਕੀਤੀ, ਅਸੀਂ ਜਦੋਂ ਤੁਹਾਡੇ ਮਾਂ-ਬਾਪ ਸਿਰ ਤੋਂ ਚਲੇ ਗਏ ਆਪਾਂ ਤੁਹਾਡੀ ਬਾਹ ਨਹੀਂ ਫੜੀ, ਸਾਡਾ ਹੱਕ ਬਣਦਾ ਸੀ ਕਿ ਅਸੀਂ ਤੁਹਾਡੇ ਚਾਚੇ ਤਾਏ ਹੋਣ ਦੇ ਨਾਤੇ ਤੁਹਾਨੂੰ ਉਸ ਸਮੇਂ ਸਾਂਭਦੇ, ਪਰ ਅਸੀਂ ਉਸ ਸਮੇਂ ਸ਼ਰੀਕਾਂ ਵਾਲੀ ਕੀਤੀ। ਪਰ ਸਾਨੂੰ ਹੁਣ ਸਮਝ ਆਈ ਆ, ਤੁਸੀਂ ਕਿਰਪਾ ਕਰੋ ਜਿਹੜੇ ਘਰ ਨੂੰ ਤੁਸੀਂ ਤਾਲੇ ਲਾ ਕੇ ਆਏ ਸੋ। ਤੇ ਬੜਾ ਰਸ ਵਿਦਵਾਨ ਭਰਦੇ ਨੇ। ਕਹਿੰਦੇ ਜਦੋਂ ਇਹਨਾਂ ਦੇ ਨਾਨੀ ਮਾਂ ਚੂਨਾ ਮੰਡੀ ਲਾਹੌਰ ਤੋਂ ਤੁਰੇ ਸਨ ਤਾਲਾ ਲਾ ਕੇ, ਤੇ ਬਾਬਾ ਜੇਠਾ ਨੇ ਪੁੱਛਿਆ ਸੀ ਕਿ ਨਾਨੀ ਮਾਂ ਜਿਸ ਘਰ ਨੂੰ ਤਾਲੇ ਲੱਗਣ ਲੱਗਿਆ ਤਾਲੇ ਕਦੇ ਖੁੱਲਣਗੇ ਵੀ? ਤੇ ਨਾਨੀ ਨੇ ਇੱਕ ਗੱਲ ਕਹੀ ਸੀ, ਵਾਹਿਗੁਰੂ ਤੇ ਭਰੋਸਾ ਰੱਖ ਕੇ ਕਿ ਪੁੱਤ ਇਹ ਤਾਂ ਤਾਲੇ ਸਦਾ ਲਈ ਖੁੱਲਣਗੇ,
तेरे दर ते जिहड़ा मत्था आके टेक दिया करूगा उन्हां दे घर दे भी कदे ताले नहीं लग्या करनगे, भाव सुख उन्हां दे घर चों कदे नहीं मुक्या करनगे। एक घर है जिथे गुरु जी दा आगमन होया, उहनूं चूना मंडी लाहौर कहने आ, ते सच जाणिओ एक घर गुरु रामदास जी दा जिन्हों दरबार साहब कहने आ। दरबार साहब नूं कदे ताला नहीं लगदा, कदे भी 24 घंटे ते हर घड़ी खुला रहिंदा। इत्थों तक जदों अंदर सेवा हुंदी ना उदों भी बाहरों ताला नहीं लगदा, बाहरों कुंडी नहीं लगदी, अंदरों बंद किया जाता है। सो ये बड़ियां वडियाइयां ने गुरु रामदास जी दी झोलियां आईयां। गुरु रामदास जी कहन लगे जे तुहाडी धी दा विआह हुंदा असीं जरूर जांदे। ये गल ये नुकते नूं फड़िओ। सतगुरु पिता जी वो क्यों कहंदे तुहाडे आ पुੱਤ दा विआह ते तुहाडे पुੱਤ दे विआह ते जे असीं चल के गए ते साडे नाल बहुत संगत जाऊगी प्यार वाली, किनू किनू रोकांगे। ते असीं नहीं चाहुंदे जिस धी दे घर तुसीं बरात लैके जाना उहदे माँ बाप नूं बहुता बोझ पवे, क्योंकि इदां तुसीं 5-7 जाने 20 जाने जाके विआह लिआओगे, साडे जान करके हज़ारां तो वध गिनती हो जानी है। तुहाडी धी दा विआह हुंदा असीं जरूर जांदे, पर गुरु साहब बहुत सोचदे हुंदे सी। दूजी गल महाराज नूं पता सी उम्र दा प्यादा बहुत थोड़ा है। पातशाह जी कहंदे असीं अपने पुत्र नूं जरूर भेज देंगे। 7 बचन कह के चले गए। हुण संगत वारी आउंदी आ बाबा प्रिथी चंद जी दी, क्योंकि गुरु साहब जी ना हर गल इन्ने नाप तोल के करते हुंदे सन कि कल नूं जदों असीं वेखो अज भी भावें बच्चियां नूं माँ बाप दे अकीदे दा ना पता होवे, पर माँ बाप नूं पता हुंदा सी कोई गल बच्चे नूं जदों कह रहे हां कल नूं इहनूं सुणाउणियां भी ने कि फलाने दिन फलानी तरीक तैनूं आ काम किया सी तू कीता, अज तू किवें फिर हक रखदा इस गल नूं मन्नण दा। इसे तरह गुरु साहब करदे रहे। हर गल महाराज ने अपने वड्डे पुत्रां तो शुरू करनी, फिर सेवकां तक जाना। इत्थे भी बाबा प्रिथी चंद नूं बुलाया, सीधा गुरु अर्जन देव पिता नूं नहीं सी बुलाया तुसीं अपने ताए दे सहारी मल दे पुत्र दे विआह ते जाना है। महाराज सच्चे पिता कहंदे प्रिथी चंद तैनूं कुछ समा लाहौर जाना पैना ते इस तरह ये आनंद कार्य दा सारा काम तुसीं आप जिहड़ा उत्थे नवेड़ के आउणा। पता अगों किन्ना बुरा बोले सी प्रिथी चंद जी, क्योंकि अज हुक्मनामा जिहड़ा आया तां करके इत्थे 2 मिनट लए कहंदे गल सुनो, ये हुण घुंगड़ियां वेचण दा समा नहीं रहा, ये हुण टके इकट्ठे करन दा समा नहीं रहा। ये गुरु नानक दे दरबार च बादशाह लोग आउंदे आ, इस दरबार दे अंदर लखां दा धन चढ़दा है, ते जे मैं चलिया गया पिछों धन कौन सामेगा। भाव ओहदी बिरती निरी माया दे विच धुत सी कि उथों दी देख रेख सारी इच कोई शक भी नहीं। बाबा प्रिथी चंद जी सारी धन दी जिहड़ी सी वो देख रेख करते सी, बनदियां दिहाड़ियां उन्हां देणियां, कितों किन्ना धन आ रहा है, लंगरां च किन्ना जा रहा है, ये सारी जिम्मेवारी बाबा प्रिथी चंद दी हुंदी सी। पर हंकार बड़ा सी। गुरु साहब जी नूं कहण लगे असीं नहीं जाना, साडे कोल तां समां ही नहीं हैगा, असीं जे असीं चले गए पिछे ते काम नहीं चलना। महाराज ने 7 बचन किया। हुण जिहड़े दूसरे ने बाबा महादेव जी, इन्हां नूं गुरु साहब कहंदे तुसीं जाओ। ये थोड़े जिन्ना वैरागी बिरती वाले सन। इन्हां ने एक गल कही, ये वही शरीक ने जदों लोड़ सी इन्हां ने तुहाडी बांह नहीं फड़ी, तुसीं शरीकां दे विआह तुरे हो। ये गल्लां महादेव जी ने कहियां। कहण लगे किहड़े रिश्तेदार, किहड़ा संसार, किहड़े विआह, मैं तो दुनिया नूं मनदा नहीं, मैं तो धरती ते केवल रब रब करन आया पिता जी, मैं किसे दुनिया दे मोह माया च नहीं पैना चाहता। वेखो पहली बिरती है केवल पैसे दी, उन्हों भी मार्ज कटदे आ। दूजी बिरती है कि कोई रिश्तेदारी नहीं, कोई सोग नहीं, कोई खुशी नहीं, असी केवल धरती ते बंदगी करना आया। मार्ज कहंदे इहो जिहा सुभाव भी मैनूं नहीं चाहिदा। फिर तीजे नंबर ते गुरु अर्जन देव पिता जी केवल हुक्म च रहन वाले, भाने च रहन वाले। सतगुरु कहंदे जाना मां कोई भी कहंदे बिल्कुल 7 बचन। गुरु साहब कहंदे जाना साडी मर्जी नाल ते आउणा भी साडी मर्जी नाल, जदों तक बुलाइए ना आउणा नहीं। मार्च सा उत्थे वैसे कवि संतोख सिंह ने भी गल कही, असीं बहुत बार सुना दिंने आ कि महाराज जी धरती लाहौर दी आ, तुसीं ते विआह दे प्रोग्राम ते भेज रहे हो, मैं खुशी नाल जाना, कल नूं सिर देण दी लोड़ पई तां भी इसे चाह नाल जावांगा। ते वेखो विआह भी लाहौर सी ते महाराज सच्चे पिता दे तशद्दद भी लाहौर दी धरती ते होए, ते गुरु साहब उसे ही खेड़े च गए। हुण गुरु अर्जन देव पिता दी बिरती की है कि गुरु साहब जी दी बिरती है गुरु नानक दा मत। वैसे जदों सानू जिंदगी जिउणी आ गई ना ते सानू कोई नितनेम करने,
ਅੰਮ੍ਰਿਤ ਛਕਣੇ, ਗੁਰੂ ਘਰ ਆਉਣਾ, ਦਸਵੰਧ ਕੱਢਣੇ, ਇਹ ਔਖੇ ਨਹੀਂ ਲੱਗਣੇ। ਸਾਨੂੰ ਲੱਗਣਾ ਇਹ ਤੇ ਕੰਮ ਹੀ ਬੜਾ ਸੌਖਾ, ਪਰ ਅਜੇ ਤੱਕ ਸਾਨੂੰ ਗੁਰੂ ਨਾਨਕ ਦਾ ਮਤ ਨਹੀਂ ਸਮਝ ਆ ਰਹੀ ਕਿ ਗੁਰੂ ਸਾਹਿਬ ਨੇ ਸਾਡੇ ਲਈ ਕਿੰਨਾ ਸੌਖਾ ਸਿਧਾਂਤ ਸਿਰਜਿਆ। ਸੋ ਗੁਰੂ ਅਰਜਨ ਦੇ ਪਿਤਾ ਵਿਆਹ ਗਏ, ਉੱਥੇ ਕੇਵਲ ਵਿਆਹ ਨਹੀਂ ਗਏ, ਉਹ ਜਿੰਨੇ ਦੇਰ ਉੱਥੇ ਰਹੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਅੰਮ੍ਰਿਤ ਵੇਲਾ ਸਾਹਮਣਾ, ਸਭ ਤੋਂ ਪਹਿਲਾਂ ਸਾਈਂ ਮੀਆਂ ਮੀਰ ਜੀ ਗੁਰੂ ਜੀ ਨੂੰ ਇੱਥੇ ਮਿਲੇ ਸੀ, ਬੜੇ ਪ੍ਰਭਾਵਿਤ ਹੋਏ ਸਨ। ਸੋ ਬੜਾ ਲੰਮਾ ਇਤਿਹਾਸ, ਕਹਿਣ ਤੋਂ ਇੰਨਾ ਭਾਵ ਸੰਗਤ ਜੀ, ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਨਹੀਂ ਤਿਆਗਣਾ, ਮਾਇਆ ਨੂੰ ਤਿਆਗਣਾ ਹੈ, ਤੇ ਮਾਇਆ ਨੂੰ ਵੀ ਸੁਰਤ ਕਰਕੇ ਤਿਆਗਣਾ, ਸਰੀਰ ਕਰਕੇ ਨਹੀਂ ਤਿਆਗਣਾ। ਸੋ ਖੈਰ ਹੁਣ ਅੱਗੇ ਪਾਤਸ਼ਾਹ ਜੀ ਜੋ ਬੇਨਤੀ ਕਰਦੇ, ਸੂਹੀ ਮਹੱਲਾ ਪੰਜਵਾਂ। ਜਿਨ ਮੋਹੇ ਬ੍ਰਹਮੰਡ ਖੰਡ, ਜਿਸ ਮਾਇਆ ਨੇ ਸਾਰੇ ਬ੍ਰਹਮੰਡਾ ਖੰਡਾਂ ਨੂੰ ਆਪਣੇ ਕਾਬੂ 'ਚ ਕੀਤਾ, ਤਾਹੂ ਮਹਿ ਪਾਓ। ਇੱਥੇ ਅੱਜ ਜੋ ਪਾਤਰ ਗੁਰੂ ਜੀ ਨੇ ਸਿਰਜਿਆ ਉਹ ਹੈ ਮਾਇਆਧਾਰੀ ਦਾ। ਮਹਾਰਾਜ ਕਹਿੰਦੇ ਉਸੇ ਹੀ ਰਾਹ ਦੇ ਉੱਤੇ ਜਾਂ ਉਸੇ ਪ੍ਰਭਾਵ ਹੇਠ ਉਹ ਮਨੁੱਖ ਆ ਗਿਆ ਜਿਹਨੂੰ ਮਾਇਆ ਦਾ ਜਿਹੜਾ ਹੈ ਪੂਰੀ ਤਰ੍ਹਾਂ ਇਹ ਮਾਇਆ 'ਚ ਧੋ ਚੁੱਕਾ ਹੈ। ਹੁਣ ਪਰ ਗੁਰੂ ਸਾਹਿਬ ਨੇ ਅਰਦਾਸ ਕੀਤੀ, ਰਾਖ ਲਿਓ। ਸਤਿਗੁਰੂ ਜੀ ਕਹਿੰਦੇ ਸਾਨੂੰ ਰੱਖ ਲਓ ਡੁੱਬਿਆਂ ਨੂੰ। ਇਹ ਵੀ ਬੜੀ ਵੱਡੀ ਗੱਲ ਹੈ। ਕਈ ਵਾਰੀ ਤਾਂ ਬੰਦਾ ਜਨਮ ਲੈ ਕੇ ਜੀਵਨ ਭੋਗ ਕੇ ਕਬਰਾਂ ਮੜੀਆਂ ਤੱਕ ਚਲਿਆ ਜਾਂਦਾ, ਬੰਦੇ ਕੋਲੋਂ ਨਹੀਂ ਅਰਦਾਸਾਂ ਹੁੰਦੀਆਂ ਕਿ ਸਾਨੂੰ ਮਹਾਰਾਜ ਜੀ ਰੱਖ ਲਓ, ਅੰਮ੍ਰਿਤ ਦੀ ਦਾਤ ਦੇ ਦਿਓ, ਨਾਮ ਜਪਾ ਲਓ, ਸਾਡੇ ਕੋਲੋਂ ਬਾਣੀ ਪੜ੍ਹਾ ਲਓ, ਅਸੀਂ ਦੁਨੀਆ ਦੀ ਬਿੱਖ ਛੱਡਣੀ ਚਾਹੁੰਦੇ ਹਾਂ। ਨਹੀਂ ਤੇ ਸ਼ਾਇਦ ਕੱਲ ਵੀ ਇੱਕ ਜ਼ਿਕਰ ਚੱਲਿਆ ਕਿ ਗੁਰੂ ਸਾਹਿਬ ਕਹਿੰਦੇ ਸੰਸਾਰ ਤੋਂ ਮਨੁੱਖ ਇੱਦਾਂ ਹੀ ਚਲਿਆ ਜਾਂਦਾ ਹੈ। ਇਹ ਭਾਗਾਂ ਵਾਲੇ ਜਿਹੜੇ ਤਰਲਾ ਲੈਣ ਕਿ ਰਾਖ ਲੈ ਹੋਏ ਬਿਖਈ ਜੀਓ, ਇਸ ਬਿੱਖ ਤੋਂ, ਇਸ ਜ਼ਹਿਰ ਤੋਂ ਸਾਨੂੰ ਬਚਾ ਲਓ। ਦੇਹੋ ਆਪਣਾ ਨਾਉ, ਨਾਮ ਦੀਆਂ ਦਾਤਾਂ ਦਿਓ ਰਹਾਓ, ਜਾਤੇ ਨਾਹੀ ਕੋ ਸੁਖੀ। ਸੰਗਤ ਜੀ ਇਹ ਗੁਰੂ ਗ੍ਰੰਥ ਸਾਹਿਬ ਹੈ ਤੇ 745 ਅੰਗ ਦੀ ਸਭ ਤੋਂ ਥੱਲੇ ਨੰਬਰ ਤੋਂ 2 ਨੰਬਰ ਤੁਕ ਹੈ। ਕਈ ਵਾਰੀ ਸਾਨੂੰ ਭੁਲੇਖਾ ਲੱਗ ਜੇ। ਗੁਰੂ ਸਾਹਿਬ ਤੱਤ ਦੱਸ ਰਹੇ ਨੇ, ਉਹ ਤੱਤ ਹੈ ਕਿ ਵੇਖੋ ਇਹ ਕੁੰਡੀ ਨੂੰ ਫੜੀਏ ਕਿ ਸਾਡੇ ਪੈਸੇ ਨੂੰ ਨਿੰਦਿਆ ਜਾ ਰਿਹਾ, ਕਿਉਂਕਿ ਦੇਣ ਵਾਲੇ ਤਾਂ ਆਪ ਹੀ ਨੇ ਗੁਰੂ ਸਾਹਿਬ। ਇੱਥੇ ਉਹ ਕਹਿ ਲੋ ਕਿ ਬਿਰਤੀ ਨੂੰ ਜਾਂ ਉਹ ਜੀਵਨ ਨੂੰ, ਉਹ ਸਰੀਰ ਨੂੰ ਨਿੰਦਿਆ ਜਾ ਰਿਹਾ ਜਿਹੜੇ ਦਿਨ ਚੜ੍ਹਦਿਆਂ ਰਾਤ ਤੱਕ ਭੁੱਲ ਕੇ ਵੀ ਵਾਹਿਗੁਰੂ ਨਹੀਂ ਕਹਿੰਦੇ। ਤੇ ਸਤਿਗੁਰੂ ਪਿਤਾ ਜੀ ਕਹਿੰਦੇ ਭੁੱਲ ਕੇ ਕਦੇ ਗੁਰੂ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ, ਕਿਉਂਕਿ ਅਸੀਂ ਸਿੱਖ ਧਰਮ ਵਾਲੇ ਹਾਂ। ਗੁਰੂ ਸਾਹਿਬ ਕਹਿੰਦੇ ਕਦੇ ਭੁੱਲ ਕੇ ਦਸਵੰਧ ਨਹੀਂ ਕੱਢ ਗਏ, ਨਾ ਧਰਮ ਦੇ ਨਾਂ ਤੇ ਨਾ ਕੋਈ ਲੋੜਵੰਦਾਂ ਦੇ। ਉਹਨਾਂ ਦੇ ਲਈ ਫਿਰ ਗੁਰੂ ਸਾਹਿਬ ਕਹਿੰਦੇ ਜਾਤੇ ਨਾਹੀ ਕੋ ਸੁਖੀ। ਅੱਜ ਤੱਕ ਇਹ ਧਨ ਨੂੰ ਕਮਾਉਣ ਵਾਲੇ ਸੁੱਖ ਦੀ ਜ਼ਿੰਦਗੀ ਨਹੀਂ ਭੋਗ ਕੇ ਗਏ। ਤਾਕੈ ਪਾਛੈ ਜਾਓ। ਪਰ ਕਮਾਲ ਦੀ ਗੱਲ ਗੁਰੂ ਸਾਹਿਬ ਕਹਿੰਦੇ ਤਾਂ ਵੀ ਦੁਨੀਆ ਦੀ ਦੌੜ ਉਧਰ ਨੂੰ ਲੱਗੀ ਆ, ਸਾਰੇ ਉਹੀ ਰਾਹ ਦੇ ਉੱਤੇ ਤੁਰਦੇ ਪਏ, ਉਸੇ ਮਾਇਆ ਦੇ ਪਿੱਛੇ ਲੱਗੇ ਹੋਏ ਨੇ। ਛੋੜ ਜਾਹੇ ਜੋ ਸਗਲ ਕੋ, ਇੱਕ ਦਿਨ ਇਹ ਮਾਇਆ ਛੱਡ ਕੇ ਤੁਰ ਜਾਂਦੀ ਆ। ਸਤਿਗੁਰੂ ਪਿਤਾ ਜੀਆਂ ਦੀ ਬਾਣੀ 'ਚ ਇੱਕ ਬੜਾ ਪਿਆਰਾ ਪ੍ਰਮਾਣ ਹੈ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਕਹਿੰਦੇ ਦੁਨੀਆ ਦਾ ਖਸਮ ਚੜਾਈ ਕਰ ਜੇ ਤੇ ਔਰਤ ਦਾ ਕਾਹਦਾ ਜਿਉਣਾ ਰਹਿ ਜਾਂਦਾ। ਪਰ ਇੱਥੇ ਗੁਰੂ ਸਾਹਿਬ ਕਹਿੰਦੇ ਜਦੋਂ ਪੈਸੇ ਦਾ ਖਸਮ ਮਾਲਕ ਮਰਦਾ ਨਾ ਤੇ ਪੈਸਾ ਨਹੀਂ ਰੋਂਦਾ। ਜਿਹਨੂੰ ਪੁੱਛੋ ਤੂੰ ਨਹੀਂ ਰੋਂਦਾ, ਉਹ ਕਹਿੰਦਾ ਮੈਂ ਰੋਵਾਂ ਕਿਉਂ, ਮੇਰਾ ਇੱਕ ਮਰਿਆ, 4 ਪਿੱਛੇ ਖਲੋਤੇ ਆਪਣਾ ਹੱਕ ਜਮਾਉਣ ਵਾਲੇ, ਮੈਂ ਕਿਉਂ ਰੋਵਾਂ, ਮੇਰੇ ਤੇ 4 ਖਸਮ ਪਿੱਛੇ ਬੈਠੇ ਆ। ਹੁਣ ਗੁਰੂ ਸਾਹਿਬ ਕਹਿੰਦੇ ਜਿਹਦੇ ਲਈ ਅਸੀਂ ਅੱਡੀ ਚੋਟੀ ਦਾ ਸਾਰੀ ਉਮਰ ਜ਼ੋਰ ਲਾਇਆ ਹੁੰਦਾ ਨਾ, ਉਹ ਸਾਡੀ ਬਾਹ ਫੜਦਾ ਕਿਤੇ ਔਖੇ ਵੇਲੇ। ਪਾਤਸ਼ਾਹ ਕਹਿੰਦੇ ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ, ਪਰ ਬੰਦਾ ਫਿਰ ਵੀ ਉਹਨੂੰ ਜੱਫੇ ਮਾਰਦਾ। ਜਿੰਨੀ ਅਗਰਬੱਤੀ ਆਪਾਂ ਦੂਜੀਆਂ ਮੂਰਤੀਆਂ ਵੱਡੇ ਢਿੱਡ ਵਾਲਿਆਂ ਤੇ ਘਸਾ ਛੱਡੀਆਂ ਨਾ, ਉਨੀ ਕਿਤੇ ਗੁਰੂ ਨਾਨਕ ਦੀ ਫੋਟੋ ਅੱਗੇ ਘਸਾਈ ਹੁੰਦੀ, ਜ਼ਿੰਦਗੀ ਹੋਰ ਹੁੰਦੀ। ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ। ਸਤਿਗੁਰੂ ਜੀ ਤਰਸ ਕਰੋ, ਕਿਉਂਕਿ ਤੁਹਾਨੂੰ ਤਰਸ ਦਾ ਪਤੀ ਮਾਲਕ ਕਹਿੰਦੇ ਆ। ਅਸੀਂ ਤੁਹਾਡੇ ਗੁਣ ਗਾਉਂਦੇ ਰਹੀਏ। ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਸੋ ਸੰਗਤ ਜੀ, ਜਿਨ੍ਹਾਂ ਨੂੰ ਸੰਗਤ ਮਿਲ ਗਈ, ਵਾਹਿਗੁਰੂ ਜੀ ਦਾ ਨਾਮ ਮਿਲ ਗਿਆ, ਬਾਣੀ ਧਰਮ ਦਾ ਮਾਰਗ ਮਿਲ ਗਿਆ, ਜਿਨ੍ਹਾਂ ਦੇ ਅੰਦਰ ਸੱਚ ਦਾ ਵਾਸਾ ਹੋ ਗਿਆ, ਉਹਨਾਂ ਦਾ ਸਾਰਾ ਕੁਝ ਗੁਰੂ ਸਾਹਿਬ ਪ੍ਰਵਾਨ ਕਰ ਲੈਂਦੇ। ਮਹਾਰਾਜ ਕਹਿੰਦੇ ਨੇ ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਸੋ ਗੁਰੂ ਸਾਹਿਬ ਅੱਜ ਜੋ ਸਮਝਾ ਰਹੇ ਨੇ, ਸਤਿਗੁਰੂ ਪਿਤਾ ਜੀ ਸਾਨੂੰ ਸਾਰਿਆਂ ਨੂੰ ਦੁਨੀਆ ਦੇ ਸੁੱਖ ਸਹੂਲਤਾਂ ਧਨ ਪਦਾਰਥ ਬਖਸ਼ਦੇ ਆ। ਨਾਮ ਦੀਆਂ ਕਮਾਈਆਂ, ਬਾਣੀ ਪੜ੍ਹਨ ਦੀਆਂ ਕਮਾਈਆਂ, ਧਰਮ ਨੂੰ ਕਮਾਉਣ ਦੀਆਂ ਕਮਾਈਆਂ ਵੀ ਜ਼ਰੂਰ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ,